ਸਾਡੇ ਦਿਮਾਗ 'ਚ ਸਵਾਲ ਪੈਦਾ ਹੋ ਗਏ ਨੇ, ਉਹਨਾਂ ਨੂੰ ਨੋਟ ਵੀ ਕਰੀਏ ਤਾਂ ਕਿ ਅੰਤ ਦੇ ਵਿੱਚ ਕੋਈ ਜਵਾਬ ਅਸੀਂ ਤਲਾਸ਼ ਸਕੀਏ ਉਹਨਾਂ ਦੇ। ਜਰਮਨ ਜੀ ਤੇ ਇਹਨਾਂ ਤੋਂ ਬਾਅਦ ਵਿਦਿਆਰਥੀ ਆਗੂ ਜਿਹੜੇ ਰਹਿ ਗਏ ਉਹਨਾਂ ਦੇ ਵਿੱਚੋਂ ਬੇਨਤੀ ਸੰਦੀਪ ਕੌਰ ਸੂਬਾ ਆਗੂ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਉਹ ਤਿਆਰ ਰਹਿਣ। ਜਰਮਨ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਅੱਜ ਦੇ ਇਸ ਚੇਤਨਾ ਸੈਮੀਨਾਰ ਵਿੱਚ ਪਹੁੰਚੇ ਹੋਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਹਰਜਿੰਦਰਪਾਲ ਬਰਾੜ ਜੀ, ਡੈਮੋਕ੍ਰੈਟਿਕ ਟੀਚਰਸ ਫਰੰਟ ਦੇ ਸੂਬਾ ਪ੍ਰਧਾਨ ਸਾਥੀ ਵਿਕਰਮਦੇਵ ਜੀ, ਸਟੇਜ ਤੇ ਵਿਰਾਜਮਾਨ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਪੰਡਾਲ ਵਿੱਚ ਸੁਸ਼ੋਭਿਤ ਸਤਿਕਾਰਯੋਗ ਅਧਿਆਪਕ ਸਾਥੀਓ, ਵਿਦਿਆਰਥੀ ਭੈਣੋ ਤੇ ਭਰਾਵੋ, ਅੱਜ ਦਾ ਇਹ ਸੈਮੀਨਾਰ ਪੰਜਾਬ ਦੀ ਅਧਿਆਪਕ ਲਹਿਰ ਦੇ ਅੰਦਰ ਇੱਕ ਨਵੀਂ ਦਿਸ਼ਾ ਵੱਲ ਦਾ ਵਧਿਆ ਹੋਇਆ ਕਦਮ ਹੈ। ਜਦੋਂ ਡੈਮੋਕ੍ਰੈਟਿਕ ਟੀਚਰਸ ਫਰੰਟ ਵਰਗੀ ਜਥੇਬੰਦੀ ਪਿਛਲੇ 3 ਸਾਲ ਤੋਂ ਨਵੀਂ ਸਿੱਖਿਆ ਨੀਤੀ 2020 ਦੇ ਉੱਤੇ ਚਰਚਾ ਕਰਦਿਆਂ ਅਤੇ ਪਿਛਲੇ ਤਕਰੀਬਨ 7-8 ਮਹੀਨੇ ਤੋਂ NCF ਦੇ ਉੱਪਰ ਚਰਚਾ ਕਰਦਿਆਂ ਇਸ ਪੜਾਅ ਤੱਕ ਪਹੁੰਚੀ ਹੈ ਕਿ ਉਹਨਾਂ ਨੇ ਆਪਣਾ ਇੱਕ ਲਿਖਤ ਡਾਕੂਮੈਂਟ ਸਿਲੇਬਸ ਦੀ ਸ਼ਾਨ ਸ਼ਨਾਈ, ਤਰਕ ਵਿਰੋਧੀ, ਵਿਵੇਕ ਵਿਰੋਧੀ, ਉਸ ਨੂੰ ਕਿਤਾਬਚੇ ਦਾ ਰੂਪ ਦੇ ਕੇ ਅੱਜ ਤੁਹਾਡੇ ਰਾਹੀਂ ਇੱਥੇ ਪੰਜਾਬ ਦੇ ਅਧਿਆਪਕਾਂ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੀ ਅਧਿਆਪਕ ਲਹਿਰ ਲਈ ਜਿਹੜਾ ਉਹ ਜਾਰੀ ਕੀਤਾ ਹੈ। ਨੈਸ਼ਨਲ ਕਰਿਕੂਲਮ ਫਰੇਮਵਰਕ NCF ਜਿਹਨੂੰ ਕਹਿੰਦੇ ਆਪਾਂ 2023, ਇਹ ਕੋਈ ਪਹਿਲਾ ਫਰੇਮਵਰਕ ਨਹੀਂ ਹੈ। ਇਸ ਤੋਂ ਪਹਿਲਾਂ 4 ਇਦਾਂ ਦੇ NCF ਜਿਹੜੇ ਉਹ ਆ ਚੁੱਕੇ ਨੇ। 1975 ਵਿੱਚ ਵੀ ਆਏ ਸੀ, ਫਿਰ 1988 ਚ, 2001 ਚ, 2005 ਚ ਤੇ ਹੁਣ 2023 ਚ। 2005 ਵਾਲਾ ਜਿਹੜਾ ਕਿਤਾਬਚਾ ਸੀਗਾ ਨੈਸ਼ਨਲ ਕਰਿਕੂਲਮ ਫਰੇਮਵਰਕ ਦਾ, ਉਹ 160 ਸਫ਼ਿਆਂ ਦਾ ਸੀ ਤੇ ਹੁਣ ਵਾਲੀ ਸਰਕਾਰ ਜਿਹੜਾ ਕਿਤਾਬਚਾ ਲੈ ਕੇ ਤੁਹਾਡੇ ਕੋਲ ਆਈ ਹੈ ਉਹ 628 ਸਫ਼ਿਆਂ ਦਾ। ਇਸ ਤੋਂ ਪਹਿਲਾਂ ਨਵੀਂ ਸਿੱਖਿਆ ਨੀਤੀ 2020 ਜਿਹੜੀ COVID-19 ਦੇ ਦੌਰਾਨ ਜਦੋਂ ਇਸ ਦੇਸ਼ ਦੇ ਸਮੁੱਚੇ ਸਕੂਲ, ਕਾਲਜ, ਯੂਨੀਵਰਸਿਟੀਆਂ, IITs, IIMs ਤੇ ਹੋਰ ਇਦਾਂ ਦੇ ਚਾਨਣ ਮੁਨਾਰੇ ਵਾਲੀਆਂ ਸੰਸਥਾਵਾਂ ਬੰਦ ਸੀਗੀਆਂ, ਉਸ ਸਮੇਂ ਉਹਨਾਂ ਨੇ ਆਪਣਾ ਨਵਾਂ ਸਿੱਖਿਆ ਨੀਤੀ ਦਾ ਜਿਹੜਾ ਖਰੜਾ ਸੀ ਉਸ ਨੂੰ ਕਾਨੂੰਨ ਦੇ ਰੂਪ ਵਿੱਚ, ਇੱਕ ਨੀਤੀ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਸੀ। ਬਗੈਰ ਕਿਸੇ ਵਿਆਪਕ ਚਰਚਾ ਤੋਂ, ਬਗੈਰ ਬੁੱਧੀਜੀਵੀਆਂ ਦੇ ਫੋਰਮ ਵਿੱਚ ਡਿਸਕਸ ਕਰਨ ਤੋਂ, ਬਗੈਰ ਕਿਸੇ ਸੂਬਾਈ ਸਰਕਾਰ ਦੀ ਸਲਾਹ ਲੈਣ ਤੋਂ ਧੱਕੇ ਦੇ ਨਾਲ ਕੇਂਦਰ ਨੇ ਉਸ ਨੂੰ ਲੋਕਾਂ ਦੇ ਉੱਤੇ ਥੋਪਣ ਲਈ ਜਾਰੀ ਕਰ ਦਿੱਤਾ। 2030 ਤੱਕ ਲਾਗੂ ਕਰਨ ਦਾ ਉਹਦੇ ਵਿੱਚ ਇੱਕ ਫਲੈਕਸੀਬਲ ਟਾਈਮ ਵੀ ਰੱਖ ਲਿਆ ਕਿ 2030 ਤੱਕ ਇਹਨੂੰ ਲਾਗੂ ਕਰਨਾ। ਹੁਣ ਲਾਗੂ ਕਰਨ ਲਈ ਅਲੱਗ-ਅਲੱਗ ਤਰੀਕੇ ਵੀ ਅਪਣਾਏ। ਉਹਦੇ ਵਿੱਚ ਕਿਵੇਂ ਕਰਨਾ ਹੈ? ਦੇਸ਼ ਦੇ ਅੰਦਰ 14,500 ਸਕੂਲ ਐਸਾ ਜਿਹੜੇ ਸੀ ਉਹ PM ਸ਼੍ਰੀ ਦੇ ਵਿੱਚ ਚਲਾਉਣ ਦਾ ਫੈਸਲਾ ਕੀਤਾ, ਜਿਹਦੇ ਵਿੱਚ 356 ਸਕੂਲ ਪੰਜਾਬ ਦੇ ਵਿੱਚ ਵੀ ਚਲਾਉਣੇ ਸ਼ੁਰੂ ਕੀਤੇ। ਪਰ ਪੰਜਾਬ ਦੇ ਸਕੂਲਾਂ ਨੂੰ ਬ੍ਰੇਕਾਂ ਲੱਗਣ ਦੀ ਸੰਭਾਵਨਾ ਬਣ ਗਈ ਕਿਉਂਕਿ DTF ਨੇ 23 ਮਾਰਚ ਦੇ ਸੈਮੀਨਾਰ ਵਿੱਚ ਜਿਹੜਾ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਹੋਇਆ ਸੀ, ਜਿੱਥੇ ਡਾਕਟਰ ਕੁਲਦੀਪ ਸਿੰਘ ਹੋਰਾਂ ਨੇ ਆਪਣਾ ਪਰਚਾ ਪੜਿਆ ਸੀ, ਤੇ ਉਸ ਤੋਂ ਬਾਅਦ ਉਹ ਸੈਮੀਨਾਰ ਦੇ ਜਿਹੜੇ ਨਤੀਜੇ ਸੀ ਉਹਦੇ ਤੋਂ ਸੇਧ ਲੈਂਦਿਆਂ 30 ਅਪ੍ਰੈਲ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਇੱਕ ਵੱਡਾ ਇਕੱਠ ਕਰਕੇ, ਰੈਲੀ ਤੇ ਮੁਜ਼ਾਹਰਾ ਕਰਕੇ ਲੋਕਾਂ ਦੇ ਲਈ ਇਸ ਪਾਲਿਸੀ ਨੂੰ ਛੱਡ ਦਿੱਤਾ ਵੀ DTF ਨੇ ਇਸ ਪਾਲਿਸੀ ਦੇ ਖਿਲਾਫ
ਨਿਤਰਨ ਦਾ ਫੈਸਲਾ ਕਰ ਲਿਆ ਹੈ, ਝੰਡਾ ਚੁੱਕ ਲਿਆ ਹੈ, ਤੇ ਹੁਣ ਇਹਨੂੰ ਬਾਕੀ ਹਲਕੇ ਜਿਹੜੇ ਆ ਉਹ ਵੀ ਕਿਵੇਂ ਲੈਣ, ਗੰਭੀਰਤਾ ਨਾਲ ਕਿਵੇਂ ਲੈਣ, ਇਸ ਨੂੰ ਆਪਣਾ ਫਰਦਰ ਅਗਲਾ ਏਜੰਡਾ ਤੈਅ ਕਰ ਲਿਆ। ਤੇ ਉਹਦੇ ਵਿੱਚੋਂ ਹੀ ਨਿਕਲਿਆ ਜਿਹੜੀਆਂ ਬਹਿਸਾਂ ਹੋਈਆਂ, ਜਿਹੜੀਆਂ ਸੂਬਾ ਕਮੇਟੀ ਦੀਆਂ ਮੀਟਿੰਗਾਂ ਹੋਈਆਂ, ਤੇ ਸਾਥੀ ਵਿਕਰਮ ਦੇਵ ਹੋਰਾਂ ਨੇ ਆਪਣੀ ਡਾਇਨਾਮਿਕ ਲੀਡਰਸ਼ਿਪ ਦੇ ਵਿੱਚ ਕਿਤਾਬਚੇ ਦਾ ਜਿਹੜਾ ਕੰਮ ਸੀ ਲਿਖਣ ਦਾ ਉਹ ਆਰੰਭ ਕਰ ਲਿਆ। ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਦੇ ਕੁਝ ਹੋਰ ਸਾਥੀਆਂ ਨੇ ਮਿਹਨਤ ਕੀਤੀ, DTF ਦੀ ਸੂਬਾ ਕਮੇਟੀ ਨੇ ਤੇ DTF ਦੀਆਂ ਜ਼ਿਲ੍ਹਾ ਕਮੇਟੀਆਂ, ਬਲਾਕ ਕਮੇਟੀਆਂ ਦੇ ਸੁਝਾਅ ਮਿਲੇ, ਆਏ, ਲੋਕਾਂ ਨੂੰ ਦੇਖਿਆ, ਪਰਖਿਆ, ਉਹਨੂੰ ਭੋਖਿਆ, ਉਹਦੇ ਵਿੱਚੋਂ ਤੁਹਾਡੇ ਸਾਹਮਣੇ ਇੱਕ ਜਿਹੜਾ ਛੋਟਾ ਕਿਤਾਬਚਾ ਹੈ ਉਹ ਲੋਕਾਂ ਲਈ ਜਿਹੜਾ ਅਰਪਿਤ ਕਰ ਦਿੱਤਾ। ਹੁਣ ਸਵਾਲ ਹੈ ਕਿ ਇਹ ਨੀਤੀ ਜਿਹੜੀ ਹੈ ਇਹ ਕਿਵੇਂ ਬਣਦੀ ਹੈ ਤੇ ਇਹ ਪ੍ਰੇਰਿਤ ਕਿੱਥੋਂ ਹੁੰਦੀ ਹੈ। ਪਿਛਲੀ ਸਿੱਖਿਆ ਨੀਤੀ ਸੀ 1986 ਦੀ, ਉਹਦੇ ਤੋਂ ਪਹਿਲਾਂ ਜਿਹੜਾ ਸਿੱਖਿਆ ਦਾ ਵਿਭਾਗ ਸੀ ਉਹਨੂੰ ਕੇਂਦਰ ਦੇ ਵਿੱਚ ਮਨੁੱਖੀ ਸਰੋਤਾਂ ਦਾ ਵਿਭਾਗ ਬਣਾ ਦਿੱਤਾ। ਸਿੱਖਿਆ ਦਾ ਵਡਮੁੱਲਾ ਕਾਰਜ ਮਨੁੱਖੀ ਸਰੋਤਾਂ 'ਚ ਤਬਦੀਲ ਕਰ ਦਿੱਤਾ ਤੇ ਮਨੁੱਖ ਨੂੰ, ਐਜੂਕੇਸ਼ਨ ਨੂੰ ਉਵੇਂ ਦਾ ਇੱਕ ਸਰੋਤ ਤਿਆਰ ਕਰ ਦਿੱਤਾ ਜਿਵੇਂ ਦਾ ਸਰੋਤ ਧਰਤੀ ਦੀ ਤਹਿ ਦੇ ਵਿੱਚ ਦੱਬਿਆ ਹੋਇਆ ਕੋਲਾ, ਖਣਿਜ, ਪੈਟਰੋਲੀਅਮ, ਲੋਹਾ, ਐਲੂਮੀਨੀਅਮ ਜਾਂ ਹੋਰ ਧਾਤਾਂ ਜਾਂ ਜਿਹੜੇ ਖਣਿਜ ਦੱਬੇ ਹੋਏ ਜਿਹੜੇ ਸਰੋਤ ਹੁੰਦੇ ਆ, ਤੇ ਜਿਨ੍ਹਾਂ ਨੂੰ ਬਾਹਰ ਕੱਢ ਕੇ ਪੈਸੇ ਦੇ ਮੁਨਾਫੇ ਨੂੰ ਸਾਹਮਣੇ ਰੱਖ ਕੇ ਮੰਡੀ ਦੇ ਵਿੱਚ ਲਿਆਂਦਾ ਜਾਂਦਾ ਹੈ। ਇਵੇਂ ਸਿੱਖਿਆ ਨੂੰ ਵੀ ਮੰਡੀ ਦੇ ਵਿੱਚ ਸਰੋਤਾਂ ਵਜੋਂ ਪੇਸ਼ ਕਰਨ ਲਈ ਵਿਭਾਗ ਦਾ ਨਾਮ ਮਨੁੱਖੀ ਸਰੋਤ ਜਿਹੜਾ ਸੀ ਉਹ ਮੰਤਰਾਲਾ MHRD ਜਿਹਨੂੰ ਆਪਾਂ ਕਹਿੰਦੇ ਰਹੇ ਉਹ ਹੋਂਦ ਵਿੱਚ ਆ ਗਿਆ। ਉਹਦੇ ਤੋਂ ਅਗਲੀਆਂ ਜਿਹੜੀਆਂ ਸੀ ਉਹਨਾਂ ਨੇ ਆਪਣੀਆਂ ਹੱਦਾਂ ਤੈਅ ਕੀਤੀਆਂ। ਫਿਰ ਸਿੱਖਿਆ ਦੇ ਉੱਤੇ ਹਮਲਾ ਹੋਇਆ ਨਿੱਜੀਕਰਨ ਦਾ, ਫਿਰ ਪੰਚਾਇਤੀਕਰਨ ਦਾ, ਤੇ ਹੁਣ ਸਿੱਖਿਆ ਆਪਣੇ ਬਹੁਤ ਮਾਰੂ ਹਮਲੇ, ਭਗਵੇ ਕਰਨ ਦੇ ਹਮਲੇ ਦੇ ਵਿੱਚੋਂ ਦੀ ਲੰਘ ਰਹੀ ਹੈ। 2014 ਤੋਂ ਬਾਅਦ ਜਿਹੜੀ ਨਵੀਂ ਸਰਕਾਰ ਹੈ, ਜਿਨ੍ਹਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਦੇਸ਼ ਦੀ ਆਜ਼ਾਦੀ 1947 ਵਿੱਚ ਨਹੀਂ 2014 ਵਿੱਚ ਹੋਈ ਹੈ ਤੇ ਦੇਸ਼ ਨੂੰ ਹੁਣ ਉਹਨਾਂ ਦੇ ਗੌਰਵਮਈ ਇਤਿਹਾਸ ਨਾਲ ਜੋੜਨਾ ਹੈ। ਇਹਨਾਂ ਨੇ ਵੱਖ-ਵੱਖ ਸਮਿਆਂ ਤੇ ਆਪਣੀਆਂ ਸਟੇਟਮੈਂਟਾਂ ਦੇ ਰਾਹੀਂ ਲੋਕਾਂ ਦੇ ਸਾਹਮਣੇ ਕਲੀਅਰ ਕੱਟ ਦੱਸ ਦਿੱਤਾ ਸੀ ਕਿ ਸਾਡੀ ਦਿਸ਼ਾ ਕੀ ਹੈ। ਜਦੋਂ ਇਹਨਾਂ ਨੇ ਕਿਹਾ ਕਿ ਸਾਡਾ ਆਦਰਸ਼ ਹਿਟਲਰ ਹੈਗਾ, ਤਾਂ ਫਿਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਿਹੜਾ ਇਹਨਾਂ ਦਾ ਵੱਡਾ ਆਗੂ ਮੁੰਜੇ ਸੀ ਉਹ ਮੁਸੋਲੀਨੀ ਦੇ ਕੋਲੋਂ 1931 ਦੇ ਵਿੱਚ ਟ੍ਰੇਨਿੰਗ ਲੈਣ ਲਈ ਗਿਆ ਸੀ ਇਟਲੀ ਦੇ ਵਿੱਚ। ਉਹੀ ਦਿਸ਼ਾ ਹੈ, ਉਸੇ ਦਿਸ਼ਾ ਦੀ ਸਿੱਖਿਆ ਨੀਤੀ ਹੈ, ਉਸੇ ਦਿਸ਼ਾ 'ਚ NCF ਹੈ 2023 ਵਾਲਾ। ਹਿਟਲਰ ਹੋਰਾਂ ਨੇ ਆਪਣੇ ਰਾਜ ਦੇ ਵਿੱਚ ਸਿੱਖਿਆ ਨੀਤੀ ਨੂੰ ਤੈਅ ਕਰਨ ਲਈ ਅਡੋਲਫ ਹਿਟਲਰ ਸਕੂਲਾਂ ਦਾ ਗਠਨ ਕੀਤਾ ਸੀ, AHS ਉਹਨੂੰ ਕਹਿੰਦੇ ਸੀ। ਉਹਨਾਂ ਨੇ ਸਕੂਲ ਬਣਾਏ ਕਿ ਸਮਾਜ ਨੂੰ ਚਲਾਉਣ ਦੀ, ਮੋਨੀਟਰ ਕਰਨ ਲਈ ਸਾਨੂੰ ਇਸ ਕਿਸਮ ਦੇ ਯੂਥ ਦੀ ਲੋੜ ਹੈ, ਜਿਹੜਾ ਯੂਥ ਨਾਜ਼ੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਵੇ ਤੇ ਜਿਹੜਾ ਯੂਥ ਆਪਣੇ ਆਪ ਨੂੰ ਨਾਜ਼ੀ ਪਾਰਟੀ ਦੇ ਅਨੁਸਾਰ ਸਮਾਜ ਦੇ ਅੱਗੇ ਪੇਸ਼ ਕਰ ਸਕੇ, ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਨੂੰ ਲੋਕਾਂ ਤੱਕ ਲੈ ਕੇ ਜਾ ਸਕੇ। ਉਹਨਾਂ ਨੇ ਉਹਨਾਂ ਸਕੂਲਾਂ ਦੇ ਰਾਹੀਂ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਉਹਦੇ ਵਿੱਚ ਚੌਥਾ ਹਿੱਸਾ ਸਕੂਲ ਕੇਵਲ ਔਰਤਾਂ ਲਈ ਸੀ, ਬਾਕੀ ਵੱਡੀ ਗਿਣਤੀ ਦੇ ਸਕੂਲ ਜਿਹੜੇ ਸੀ ਉਹ ਮਰਦਾਂ ਲਈ ਸੀ। ਉਹਨਾਂ ਦੀ ਐਜੂਕੇਸ਼ਨ ਪਾਲਿਸੀ ਦੇਖਣ ਤੋਂ ਬੜੀ ਕੰਸਟਰਕਟਿਵ, ਉਹ ਕਹਿੰਦੇ ਸੀ ਹਿਟਲਰ ਦੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਸੀਗਾ ਕਿ ਅਸੀਂ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਉਹਨੂੰ ਜਿਹੜਾ ਹੈ ਉਹ ਉਭਾਰਨਾ ਹੈ। ਅਸੀਂ ਲੋਕਾਂ ਨੂੰ ਉਹਨਾਂ ਦੇ ਅਤੀਤ ਨਾਲ ਜੋੜਨਾ ਹੈ, ਅਸੀਂ ਲੋਕਾਂ ਨੂੰ ਉਹਨਾਂ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਉਣਾ। ਸੇਮ ਏਦਾਂ ਦੀ ਨੀਤੀ ਮੁਸੋਲੀਨੀ ਦੇ ਵੇਲੇ ਸੀ। ਮੁਸੋਲੀਨੀ ਦਾ ਥਾਟ ਸੀ ਕਿ ਦੇਸ਼ ਦਾ ਯੂਥ ਉਹ ਫਾਸ਼ਿਸਟ ਵਾਂਗ ਕਿਵੇਂ ਸੋਚੇ। ਉਹ ਫਾਸ਼ਿਸਟ ਕਿਉਂਕਿ ਉਹਨਾਂ ਦੀ ਪਾਰਟੀ ਫਾਸ਼ਿਸਟ ਪਾਰਟੀ ਸੀ, ਉਹ ਫਾਸ਼ਿਸਟ ਵਾਂਗ ਕਿਵੇਂ ਬਿਹੇਵ ਕਰੇ, ਉਹ ਰਾਸ਼ਟਰਵਾਦ ਨੂੰ ਲੋਕਾਂ ਦੇ ਸਾਹਮਣੇ ਲੱਛੇਦਾਰ ਭਾਸ਼ਣ ਦੇ ਨਾਲ ਕਿਵੇਂ ਲਪੇਟ ਕੇ ਪਰੋਸ ਸਕੇ।
ਤਾਂ ਉਹਨਾਂ ਨੇ ਆਪਣੇ ਯੂਥ ਲਈ ਇੱਕ ਇਸ ਕਿਸਮ ਦੀ ਨੀਤੀ ਜਿਹੜੀ ਸੀ ਉਹਨਾਂ ਨੇ ਵੀ ਤਿਆਰ ਕੀਤੀ। ਤੁਹਾਡੇ ਸਾਹਮਣੇ ਸਿੱਖਿਆ ਨੀਤੀ 2020 ਹੈ, ਜਿਹੜੀ ਕਹਿੰਦੀ ਹੈ ਕਿ ਬੱਚੇ ਨੂੰ ਭਾਸ਼ਾਵਾਂ ਦਾ ਗਿਆਨ ਦੇਣਾ, ਘੱਟੋ ਘੱਟ 3 ਭਾਸ਼ਾਵਾਂ ਜ਼ਰੂਰ ਹੋਣ, ਉਹਦੇ ਵਿੱਚ ਮਾਤ ਭਾਸ਼ਾ ਵੀ ਹੋਵੇ। ਇਹ ਕਹਿਣ ਦੀ ਹੈਗੀ ਹੈ। ਇਹਦਾ ਜਿਹੜਾ ਇੰਪੈਕਟ ਹੈ ਉਹ ਇਵੇਂ ਦਾ ਨਹੀਂ ਹੈ ਜਿਵੇਂ ਉਸ ਨੀਤੀ ਦੇ ਵਿੱਚ ਲਿਖਿਆ ਹੋਇਆ ਹੈ। ਉਹਦੀ ਵਿਵਹਾਰਿਕਤਾ ਜਿਹੜੀ ਹੈ ਉਹ ਇਹਦੇ ਤੋਂ ਬਿਲਕੁਲ ਉਲਟ ਹੈ। ਇਹ ਨੀਤੀ ਕਹਿੰਦੀ ਹੈ ਕਿ ਲੋਕਾਂ ਦੇ ਕੋਲ ਸਿੱਖਿਆ ਕਿਵੇਂ ਖੋਣੀ ਹੈ, ਉਹਦੇ ਲਈ ਕਿਵੇਂ ਲੋਕਾਂ ਨੂੰ ਭਰਮਾਉਣ ਲਈ, ਜਿਵੇਂ ਕਿਸਾਨਾਂ ਨੂੰ ਕਿਹਾ ਬਈ ਤੁਸੀਂ ਆਪਣੀ ਫਸਲ ਦੇਸ਼ ਦੀ ਕਿਸੇ ਵੀ ਮੰਡੀ 'ਚ ਵੇਚ ਸਕਦੇ ਆ। ਇੱਕ ਪਿੰਡ ਦਾ ਕਿਸਾਨ ਜਿਹਦੇ ਕੋਲ ਫਸਲ ਨੂੰ ਟਰਾਲੀ ਦੇ ਵਿੱਚ ਲੱਦ ਕੇ ਆਪਣੇ ਤੋਂ ਦੂਰ 4 ਕਿਲੋਮੀਟਰ ਦੂਰੀ ਤੇ ਪੈਂਦੀ ਮੰਡੀ ਦੇ ਵਿੱਚ ਖੜਨ ਦੀ ਸਮਰੱਥਾ ਨਹੀਂ, ਉਹਨੂੰ ਇਹ ਸਮਝਵਾ ਵਿਖਾਉਣਾ ਸ਼ੁਰੂ ਕੀਤਾ ਕਿ ਤੁਸੀਂ ਬੰਬੇ ਦੇ, ਕਲਕੱਤੇ ਦੇ ਕੋਟਾਂ ਤੇ, ਗੁਜਰਾਤ ਗਾਂਧੀ ਨਗਰ ਦੇ ਕੋਟਾਂ ਤੇ ਤੁਸੀਂ ਆਪਣੀ ਕਣਕ, ਝੋਨਾ ਤੇ ਹੋਰ ਫਸਲ ਜਿਹੜੀ ਹੈ ਉਹਨੂੰ ਲੈ ਕੇ ਜਾ ਸਕਦੇ ਹੋ, ਤੁਹਾਨੂੰ ਵੱਧ ਰੇਟ ਮਿਲੇਗਾ। ਮੁਕਾਬਲੇ ਦੀ ਮੰਡੀ 'ਚ ਤੁਹਾਨੂੰ ਜਿਹੜਾ ਹੈ ਉਹ ਛੱਡਿਆ ਗਿਆ ਹੈ। ਤੁਸੀਂ ਰੁੜੋਗੇ ਕਿਉਂ? ਇਹ ਐਜੂਕੇਸ਼ਨ ਦੇ ਉੱਪਰ ਵੀ ਇਵੇਂ ਹੀ ਗੱਲ ਕਰ ਰਹੇ। ਐਜੂਕੇਸ਼ਨ ਦੇ ਵਿੱਚ 3000 ਵਿਦਿਆਰਥੀਆਂ ਦੇ ਕਾਲਜ ਹੋਣਗੇ, 3000 ਤੋਂ ਘੱਟ ਨਹੀਂ। ਇਹ ਦੇਸ਼ ਜਿਹੜਾ ਟ੍ਰਾਈਬਲਸ ਦਾ ਦੇਸ਼ ਹੈ, ਜਿੱਥੇ ਬਹੁਤ ਵੱਡੀ ਪੋਪੂਲੇਸ਼ਨ ਜੰਗਲਾਂ 'ਚ ਹੈ, ਬਹੁਤ ਵੱਡੀ ਪੋਪੂਲੇਸ਼ਨ ਪਹਾੜੀ ਖੇਤਰਾਂ 'ਚ ਹੈ, ਸਮੁੰਦਰੀ ਕੋਸਟਲ ਰੀਜਨਸ ਉੱਥੇ ਹੈਗੀ ਹੈ, ਹੋਰ ਦੂਰ ਦਰਾਡੇ ਦੇ ਰਿਮੋਟ ਖੇਤਰ ਹੈਗੇ ਉੱਥੇ, ਜਿੱਥੇ ਲੋਕਾਂ ਦੇ ਕੋਲ ਪੜ੍ਹਨ ਪੜਾਉਣ ਲਈ ਕੇਵਲ ਇੱਕ ਪ੍ਰਾਇਮਰੀ ਜਾਂ ਮਿਡਲ ਸਕੂਲ ਹੈ। ਇਹ 3000 ਦੀ ਗਿਣਤੀ ਦੇ ਵਿੱਚ ਵੱਧ ਕੇ ਉਹਨਾਂ ਕੋਲ ਜਿਹੜੀ 10-12% ਐਜੂਕੇਸ਼ਨ ਜਿਹੜੀ ਸਪਰੈਡ ਹੋਈ ਹੈ, ਇਹ ਉਹਨੂੰ ਵੀ ਸਮੇਟਣਾ ਚਾਹੁੰਦੇ ਆ, ਕਿਉਂਕਿ ਇਹਨਾਂ ਨੂੰ ਉਹਦੀ ਲੋੜ ਨਹੀਂ ਹੈ। ਇਹ ਬਿਲਕੁਲ AHS ਵਾਂਗ, ਅਡੋਲਫ ਹਿਟਲਰ ਸਕੂਲਸ ਵਾਂਗ ਗਿਣਤੀ ਦੇ ਗਿਣਵੇਂ ਚੁਣਵੇਂ ਕੁਝ ਅਦਾਰੇ ਜਿਹੜੇ ਉਹ ਸਥਾਪਿਤ ਰਹਿਣ ਦੇਣਾ ਚਾਹੁੰਦੇ ਆ, ਤੇ ਉੱਥੇ ਯੂਥ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਆਪਣੀ ਨੀਤੀ ਦੇ ਅਨੁਸਾਰ ਵੈਲ ਟ੍ਰੇਨ ਕਰਨਾ ਚਾਹੁੰਦੇ। ਐਜੂਕੇਸ਼ਨ ਤੇ ਟ੍ਰੇਨਿੰਗ ਦੇ ਅੰਦਰ ਫਰਕ ਹੈ। ਇਹਨਾਂ ਦਾ ਜਿਹੜਾ ਪ੍ਰੋਪਰ ਪ੍ਰੋਗਰਾਮ ਹੈ ਉਹ ਟ੍ਰੇਨਿੰਗ ਦਾ, ਐਜੂਕੇਸ਼ਨ ਦਾ ਨਹੀਂ ਹੈ। ਟ੍ਰੇਨਿੰਗ ਕਿਸੇ ਜਾਨਵਰ ਨੂੰ ਦਿੱਤੀ ਜਾ ਸਕਦੀ ਹੈ, ਕਿਸੇ ਸ਼ੇਰ ਨੂੰ, ਘੋੜੇ ਨੂੰ, ਕੁੱਤੇ ਨੂੰ ਦਿੱਤੀ ਜਾ ਸਕਦੀ ਹੈ। ਟ੍ਰੇਨਿੰਗ ਜਿਹੜੀ ਮਨੁੱਖ ਦੇ ਅੰਦਰ ਐਜੂਕੇਸ਼ਨ ਦੇ ਰੂਪ ਵਿੱਚ ਜਿਹੜੀ ਬਾਈਲੇਟਰਲ ਜਿਹੜੀ ਇੱਕ ਸੰਵਾਦ ਦੇ ਰੂਪ ਚ ਆਉਂਦੀ ਹੈ, ਇਹ ਉਸ ਸੰਵਾਦ ਨੂੰ ਮਨਫੀ ਕਰ ਰਿਹਾ। ਇਸੇ ਕਰਕੇ ਮੋਦੀ ਸਾਹਿਬ 100 ਤੋਂ ਵਧੇਰੇ ਜਿਹੜੇ ਹੈ ਉਹ ਮਨ ਕੀ ਬਾਤ ਤੇ ਇੱਕ ਪਾਸਾ ਪ੍ਰੋਗਰਾਮ ਜਿਹੜੇ ਡਿਲੀਵਰ ਕਰ ਚੁੱਕੇ। ਟੋਟਲ ਸੈਂਟਰਲਾਈਜੇਸ਼ਨ ਹੈ ਐਜੂਕੇਸ਼ਨ ਦੀ, ਮੁਕੰਮਲ ਸੈਂਟਰਲਾਈਜੇਸ਼ਨ, ਕੇਂਦਰੀਕਰਨ ਇੰਨਾ ਜ਼ਿਆਦਾ, ਲੋਕ ਤੇ ਬਹੁਤ ਦੂਰ ਦੀ ਗੱਲ ਹੈ। ਸੂਬੇ ਵੀ ਉਹਦੇ ਵਿੱਚ ਇਨਵੋਲਵ ਨਹੀਂ ਹੋਣਗੇ, ਸੂਬਿਆਂ ਨੂੰ ਇਹਦੇ ਵਿੱਚੋਂ ਧੱਕ ਕੇ ਬਾਹਰ ਕਰ ਦਿੱਤਾ ਜਾਏਗਾ ਤੇ ਕਾਫੀ ਕੁਝ ਕਰ ਦਿੱਤਾ ਗਿਆ। ਰਿਐਲਿਟੀ ਦੇ ਅੰਦਰ ਇਹ ਤੋਂ ਬਿਲਕੁਲ ਉਲਟ ਹੈ। ਜਿੰਨਾ ਪੈਸਾ ਚਾਹੀਦਾ ਹੈ ਉਸ ਪੈਸੇ ਦਾ ਪ੍ਰਬੰਧ ਸਰਕਾਰ ਕੋਲ ਕਿੱਥੇ ਹੈ? ਇਸ ਸਾਲ ਦੇ ਬਜਟ ਵਿੱਚ 1,12,000 ਕੁਝ ਕਰੋੜ ਰੁਪਏ ਉਹ ਐਜੂਕੇਸ਼ਨ ਦੀ ਰੱਖੇ ਹੋਏ ਕੇਂਦਰੀ ਬਜਟ 'ਚ। ਦੇਸ਼ ਦੀ ਇਕਨੋਮੀ ਦਾ ਸਾਈਜ਼ $4.25 ਟ੍ਰਿਲੀਅਨ ਡਾਲਰ ਦਾ ਹੈ। 307 ਲੱਖ ਕਰੋੜ ਦੇ ਕਰੀਬ ਇਹ ਬਣਦਾ ਹੈ। ਇਹਦਾ ਕੇਵਲ ਮਹਿਜ਼ ਤੀਸਰਾ ਹਿੱਸਾ 0.3%, ਇਹਦਾ 300ਵਾਂ ਹਿੱਸਾ 0.37% ਜਿਹੜਾ GDP ਦਾ ਉਹ ਐਜੂਕੇਸ਼ਨ ਦੇ ਉੱਪਰ ਕੇਂਦਰ ਦੀ ਸਰਕਾਰ ਖਰਚਣ ਲਈ ਰੱਖਦੀ ਹੈ। ਟੋਟਲ ਜਿਹੜਾ ਬਜਟ ਹੈ 39 ਲੱਖ ਕਰੋੜ ਦਾ, ਉਸ ਬਜਟ ਦਾ ਕੇਵਲ 2.89% ਹਿੱਸਾ ਜਿਹੜਾ ਹੈ ਐਜੂਕੇਸ਼ਨ ਦੇ ਉੱਪਰ ਸਰਕਾਰ ਰੱਖਦੀ ਹੈ। ਇਹ ਹਾਲਤ ਹੈ। ਇਸ ਹਾਲਤ ਦੇ ਵਿੱਚ ਉਹ ਯੂਨੀਵਰਸਿਟੀਆਂ ਨੂੰ ਚਲਾਉਣ ਦੀ ਗੱਲ ਕਰਦੇ ਹੈ ਤੇ UGC ਦੇ ਰਾਹੀਂ ਜਿਹਦਾ ਕੰਮ ਕੋਈ ਹੋਰ ਹੈ ਉਹਦੇ ਰਾਹੀਂ ਸਿਲੇਬਸ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਲਿਆ ਬਈ ਯੂਨੀਵਰਸਿਟੀਆਂ ਦਾ ਸਿਲੇਬਸ ਜਿਹੜਾ ਉਹਨੂੰ ਕਿਵੇਂ ਕਰ। ਇਸ ਸਮੇਂ 'ਚ ਜਦੋਂ ਸਿਲੇਬਸ ਨਿਰਧਾਰਨ ਕਰਨ ਲਈ NCERTs ਉਹਦੇ ਡਾਇਰੈਕਟਰ ਉਹ ਕੇਂਦਰ ਸਰਕਾਰ ਦੀ ਹੂਬਹੂ ਤੋਦਾ ਰੱਟ ਬੋਲੀ ਬੋਲਣਾ ਸ਼ੁਰੂ ਕਰਦੇ ਹਨ। ਜਿਹੜਾ NCF ਦਾ ਡਾਇਰੈਕਟਰ ਹੈ, ਚੇਅਰਮੈਨ ਹੈ K ਕਸਤੂਰੀ ਰੰਜਨ, ਜਿਹੜਾ ਕਿਸੇ ਸਮੇਂ ISRO 'ਚ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਵਿੱਚ ਉਹਦਾ ਡਾਇਰੈਕਟਰ ਸੀਗਾ। ਅੱਜ ਉਹ ਸਰਕਾਰ ਦੀ ਭਾਸ਼ਾ 'ਚ ਗੱਲ ਕਰਦੇ ਨੇ, ਕਿਉਂਕਿ ਸਰਕਾਰ ਨੇ ਆਪਣੇ ਸਾਰੇ ਅਦਾਰੇ, ਵਿਸ਼ੇਸ਼ ਕਰਕੇ ਸਿੱਖਿਆ ਨਾਲ ਜੁੜੀਆਂ ਹੋਈਆਂ ਵੱਡੀਆਂ ਯੂਨੀਵਰਸਿਟੀਆਂ, ਵੱਡੇ ਅਦਾਰੇ, NCERT, SCERTs ਤੇ ਹੋਰ ਜਮਾ UGC, ਸਾਰਾ ਕੁਝ ਜਮਾ, ਜਿੰਨੇ
ਐਜੂਕੇਸ਼ਨ ਪਾਲਿਸੀਜ਼ ਦੇ ਜਿੰਨੀਆਂ ਜੋ ਵੀ ਆਇਆ ਹੋਇਆ ਹੈ ਨਵੀਂ ਸਿੱਖਿਆ ਨੀਤੀ 2020 ਦੇ ਵਿੱਚ, ਉਹਨਾਂ ਸਾਰਿਆਂ ਨੂੰ ਕੇਂਦਰ ਸਰਕਾਰ ਨੇ ਆਪਣੇ ਰੂਪ ਦੇ ਅੰਦਰ ਢਾਲਣ ਦਾ ਪ੍ਰੋਗਰਾਮ ਜਿਹੜਾ ਬੜਾ ਕਮਾਲ ਤਰੀਕੇ ਦੇ ਨਾਲ ਚਲਾਇਆ। ਜਿੱਥੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਤੱਕ ਪ੍ਰਭਾਵਿਤ ਨੇ, ਹਾਈ ਕੋਰਟ ਦੇ ਜੱਜ ਤੱਕ ਪ੍ਰਭਾਵਿਤ ਨੇ, ਪੋਲੀਟੀਕਲ ਸਟੇਟਮੈਂਟਾਂ ਜਿਹੜੇ ਜੱਜ ਨੂੰ ਆਪਣੇ ਬਿਆਨਾਂ 'ਚ ਦੇ ਰਹੇ ਨੇ, ਪੋਲੀਟੀਕਲ ਸਟੇਟਮੈਂਟਾਂ ਇਸਰੋ ਦੇ ਅਧਿਕਾਰੀ ਦੇ ਰਹੇ ਨੇ, ਤਾਂ ਉੱਥੇ NCF ਦੇ ਉੱਪਰ ਇੱਕ ਡਾਕੂਮੈਂਟ ਪੇਸ਼ ਕਰਨਾ, ਇਹ ਆਪਣੇ ਆਪ 'ਚ ਪੰਜਾਬ ਦੀ ਅਧਿਆਪਕ ਲੈਣ ਦੀ, ਘੱਟੋ ਘੱਟ ਪੰਜਾਬ ਦੀ ਅਧਿਆਪਕ ਲੈਣ ਦੀ ਇੱਕ ਨਿਵੇਕਲਾ ਪੱਖ ਹੈ, ਨਿਵੇਕਲੀ ਗੱਲ ਹੈ ਜਿਹਨੂੰ DDF ਨੇ ਕੀਤਾ ਹੈ ਆਪਣੇ ਸੂਬਾ ਪ੍ਰਧਾਨ ਦੀ ਅਗਵਾਈ ਦੇ ਅੰਦਰ, ਤੇ ਉਹਨਾਂ ਦੀ ਬਹੁਤ ਸਾਰੀ ਮਿਹਨਤ ਹੈ। ਇਸ ਡਾਕੂਮੈਂਟ ਦੇ ਅੰਦਰ ਬਹੁਤ ਸਾਰੀ ਰਾਏ ਲਈ ਗਈ ਹੈ। ਉਹਨਾਂ ਨੇ ਰਾਏ ਲਈ, ਆਪਣੀ ਜਥੇਬੰਦੀਆਂ ਦੀ ਰਾਏ ਲਈ, ਜਥੇਬੰਦੀਆਂ ਤੋਂ ਬਾਅਦ ਦੇ ਹਲਕਿਆਂ ਦੀ ਰਾਏ ਲਈ। ਇਹਦੇ ਅੰਦਰਲੀ ਸ਼ਬਦਾਵਲੀ DDF ਜਿਹੜੀ ਹੈ ਉਹ ਸ਼ਬਦਾਵਲੀ ਵਰਤਦੀ ਹੈ, ਉਹਦੇ ਅੰਦਰ ਜਿਹੜਾ ਸਾਹਿਤਕ ਟੱਚ ਹੈ ਉਹ ਸ਼ਬਦਾਵਲੀ ਦਾ ਉਹ ਕਮਾਲ ਦਾ ਹੈ। ਹੁਣੇ ਸਾਥੀ ਹਰਦੀਪ ਹੋਰੀ ਬੋਲ ਕੇ ਗਏ ਅਤੀਤ ਹੋ, ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨਾ ਚੰਗੀ ਗੱਲ ਹੈ, ਪਰ ਆਪਣੇ ਗੌਰਵਮਈ ਵਿਰਸੇ ਫਸ ਜਾਣਾ ਤੇ ਉਸ ਵਿਰਸੇ ਨੂੰ ਦੁਨੀਆ ਦਾ ਮਹਾਨ ਵਿਰਸਾ ਐਲਾਨ ਕੇ ਕੇਵਲ ਉਸ ਵਿਰਸੇ ਦੀ ਘੁੰਮੜ ਘੇਰੀ ਵਿੱਚ ਹੀ ਫਸੇ ਰਹਿਣਾ। ਅਤੀਤ ਨੂੰ ਗੌਰਵਮਈ, ਗੌਰਵਸ਼ਾਲੀ ਸਾਡਾ ਅਤੀਤ ਜਿਹੜਾ ਲੰਘਿਆ ਹੈ, ਤੇ NCF ਦੇ ਰਾਹੀਂ ਉਸ ਗੌਰਵਮਈ ਅਤੀਤ ਦੇ ਦਰਸ਼ਨ ਕਰਾਉਣੇ ਤੁਹਾਨੂੰ 12ਵੀਂ ਦੀ ਇਤਿਹਾਸ ਦੀ ਕਿਤਾਬ 'ਚ, ਰਾਜਨੀਤੀ ਸ਼ਾਸਤਰ ਦੀ ਕਿਤਾਬ 'ਚ, ਵਿਗਿਆਨ ਦੀ ਕਿਤਾਬ 'ਚ, ਤੇ ਸਾਡਾ ਗੌਰਵਮਈ ਵਿਰਸਾ ਕਿਹੜਾ ਹੈ, ਜਿਹੜਾ ਗੌਰਵਮਈ ਵਿਰਸਾ ਪੁਸ਼ਪਕ ਵਿਮਾਨਾਂ ਦੀ ਗੱਲ ਕਰਦਾ ਹੈ। ਤੇ ਮਿਟਾਉਣਾ ਕੀ ਹੈ? ਡਾਰਵਿਨ ਮਿਟਾਉਣਾ ਹੈ। ਮਿਟਾਉਣਾ ਕੀ ਹੈ? ਸਾਰਾ ਮੁਗਲ ਕਾਲ ਮਿਟਾਉਣਾ ਹੈ। ਜਿੰਨੀਆਂ ਹਿੰਦੁਸਤਾਨ ਦੇ ਅੰਦਰ ਕ੍ਰਾਂਤੀਕਾਰੀ ਜਾਂ ਸਮਾਜਵਾਦੀ ਜਾਂ ਅਗਾਂਹਵਧੂ ਜਾਂ ਦਲਿਤ ਅੰਦੋਲਨ ਚੱਲਦੇ ਹੈ, ਉਹ ਸਾਰੇ ਦਾ ਇਤਿਹਾਸ ਮਿਟਾਉਣਾ ਹੈ। ਇਸ ਕਰਕੇ NCERT ਦਾ ਕੋਈ ਵੀ ਚੈਪਟਰ ਰਾਜਨੀਤੀ ਸ਼ਾਸਤਰ ਦਾ ਹੋਵੇ, ਫਿਲਹਾਲ ਉਹਨਾਂ ਨੇ ਸਕੂਲੀ ਕਰਿਕੂਲਮ ਜਿਹੜਾ ਹੈ ਉਹਨੂੰ ਦੇਖਿਆ, ਉਹਦੇ ਵਿੱਚ ਜੰਗਲਾਂ ਦੇ ਵਿੱਚ ਗ੍ਰੀਨ ਹੰਟ ਦੇ ਵਿਰੁੱਧ ਲੜਿਆ ਜਾ ਰਿਹਾ ਅੰਦੋਲਨ ਨੂੰ ਮਿਟਾਉਣਾ ਹੈ। ਉਹਦੇ ਅੰਦਰ ਜੋ ਨਾਗਾਲੈਂਡ 'ਚ, ਜੋ ਮਨੀਪੁਰ 'ਚ, ਜੋ ਕਸ਼ਮੀਰ 'ਚ ਜਾਂ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਜਿਹੜੇ ਜ਼ਿਆਦਤੀਆਂ ਦੇ ਖਿਲਾਫ ਅੰਦੋਲਨ ਹੋ ਰਹੇ ਆ, ਜਿਹੜੇ ਕੌਮੀਅਤਾਂ ਦੇ ਅੰਦੋਲਨ ਹੈ, ਉਹ ਕੌਮੀਅਤਾਂ ਦੇ ਅੰਦੋਲਨ ਨੂੰ ਮਿਟਾਉਣਾ ਹੈ। ਤੇ ਉਹਦੀ ਜਗ੍ਹਾ ਤੇ ਪੇਸ਼ ਕੀ ਕਰਨਾ ਹੈ? ਉਹਦੀ ਜਗ੍ਹਾ ਤੇ ਪੇਸ਼ ਕਰਨਾ ਹੈ ਪੁਰਾਣੇ ਗੌਰਵਮਈ ਇਤਿਹਾਸ ਦੀ ਗਾਥਾ 'ਚ ਲਪੇਟ ਕੇ RSS ਦਾ ਘੜਿਆ ਹੋਇਆ ਮਨਘੜਤ ਇਤਿਹਾਸ, ਤੇ ਉਹਨੂੰ ਇਹ ਕਹਿੰਦੇ ਆ ਕਿ NCF 2023 ਹੈ ਵੀ ਅਸੀਂ ਆਪਣੇ ਗੌਰਵਮਈ ਇਤਿਹਾਸ ਦੇ ਦਰਸ਼ਨ ਕਰਵਾ ਰਹੇ ਹਾਂ। DDF ਨੇ ਆਪਣੇ ਡਾਕੂਮੈਂਟ ਦੇ ਅੰਦਰ ਲਿਖਿਆ ਹੈ ਕਿ ਗੌਰਵਮਈ ਇਤਿਹਾਸ ਬੋਧ ਦੇ ਚੌਕਠੇ ਤੋਂ ਦਿਖਣਾ ਹੁੰਦਾ ਹੈ। ਇਤਿਹਾਸ ਬੋਧ ਜਿਹੜਾ ਪਿਛਲੇ ਇਤਿਹਾਸ ਤੋਂ ਸਾਨੂੰ ਜਾਣੂ ਕਰਾਉਂਦਾ ਹੈ, ਅੱਜ 'ਚ ਉਸ ਇਤਿਹਾਸ ਦੇ ਅਨੁਸਾਰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਸਮਰੱਥਾ ਬਖਸ਼ਦਾ ਹੈ, ਤੇ ਭਵਿੱਖ ਦੀ ਦਿਸ਼ਾ ਵੱਲ ਸਾਨੂੰ ਚੱਲਣ ਦੀ ਤਾਕਤ ਦਿੰਦਾ ਹੈ, ਤੇ ਭਵਿੱਖ ਨੂੰ ਸਮਝਣ ਦੀ ਸਾਡੇ ਜਿਹੜਾ ਮਨ ਮਸਤਕ ਹੈ, ਇਹਦੀ ਖੋਪੜੀਆਂ ਦੇ ਸਾਰੇ ਦੁਆਰ ਖੋਲਦਾ ਹੈ। ਉਹ ਇਤਿਹਾਸ ਬੋਧ ਹੈ। ਅਸੀਂ ਲੋਕਾਂ ਨੂੰ ਇਤਿਹਾਸ ਬੋਧੀ ਬਣਾਉਣਾ ਹੈ। ਅਸੀਂ ਲੋਕਾਂ ਨੂੰ ਅਤੀਤ ਮੋਹ ਦੇ ਭਰਮ ਜਾਲ ਦੇ ਵਿੱਚ ਫਸਾ ਕੇ ਨਹੀਂ ਰੱਖਣਾ। ਇਹ DDF ਨੇ ਪਹਿਲ ਕਰਨੀ ਕੀਤੀ ਹੈ। ਡਾਕੂਮੈਂਟ ਤੁਹਾਡੇ ਸਾਹਮਣੇ ਹੋਣਾ ਹੈ, ਆਪਾਂ ਨੇ ਉਸ ਡਾਕੂਮੈਂਟ ਨੂੰ ਪੜ੍ਹਨਾ ਹੈ। ਉਸ ਡਾਕੂਮੈਂਟ ਨੂੰ ਕੇਵਲ ਡਾਕੂਮੈਂਟ ਵਜੋਂ ਨਹੀਂ ਪੜ੍ਹਨਾ, ਉਸ ਡਾਕੂਮੈਂਟ ਨੂੰ ਇੱਕ ਲਹਿਰ ਨੂੰ ਕਿਵੇਂ ਵਿਕਸਿਤ ਕਰ ਸਕੀਏ, ਇੱਕ ਖਿਆਲ ਇੱਕ ਲਹਿਰ ਦੇ ਵਿੱਚ ਕਿਵੇਂ ਤਬਦੀਲ ਹੋ ਸਕੇ। ਡਾਕੂਮੈਂਟ ਵਿੱਚ ਦੀ ਸ਼ਬਦਾਵਲੀ ਕੋਈ ਹਾਰ ਪਾਉਣ ਲਈ ਨਹੀਂ ਲਿਖੀ ਗਈ, ਉਹ ਕੋਈ ਯੂਨੀਵਰਸਿਟੀਆਂ ਦੇ ਅੰਦਰ ਕੇਵਲ ਬਹਿਸ ਹੀ ਹੁੰਦੀ ਰਹੇ, ਤੇ ਉਸ ਬਹਿਸ ਦੇ ਵਿੱਚ DDF ਨੂੰ ਉਹਦਾ ਜਿਹੜਾ ਸਿਰਮ ਜਿਹੜਾ ਉਹਦੇ ਸਿਰ ਸੱਜਦਾ ਰਹੇ। ਡਾਕੂਮੈਂਟ ਦਾ ਮਕਸਦ ਇਹਨਾਂ ਦਾ ਨਹੀਂ ਹੈਗਾ। ਡਾਕੂਮੈਂਟ ਦਾ ਮਕਸਦ ਲੋਕਾਂ ਨੂੰ ਆਪਣੇ ਭਵਿੱਖ ਦੇ ਲੜਨ ਦੇ ਕਾਬਲ ਬਣਾਉਣਾ ਹੈ, ਸਮਰੱਥ ਬਣਾਉਣਾ ਹੈ। ਤੇ ਅਸੀਂ ਇਹ ਸਮਝਦੇ ਹਾਂ, DDF ਇਹ ਘੱਟੋ ਘੱਟ ਸਮਝਦੀ ਹੈ ਕਿ ਇਕੱਲੀ DDF ਇਸ ਪੱਧਰ ਦੀ ਲੜਾਈ ਲੜਨ ਦੇ ਅਜੇ ਹਾਰਦੀ ਨਹੀਂ ਹੋਈ। ਇਹਦੇ ਲਈ ਸਾਨੂੰ ਬਹੁਤ ਵੱਡੀ ਸ਼ਕਤੀ ਦੀ ਲੋੜ ਹੈ। ਅਧਿਆਪਕਾਂ ਦੇ ਸਾਰੇ ਹਿੱਸਿਆਂ ਦੀ ਲੋੜ ਹੈ। ਸਕੂਲਾਂ ਦੇ ਵਿੱਚ ਕੰਮ ਕਰਦੇ ਅਧਿਆਪਕਾਂ ਦੇ ਹਿੱਸਿਆਂ ਦੀ ਲੋੜ ਹੈ। ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਕੰਮ ਕਰਦੇ ਅਧਿਆਪਕਾਂ ਦੀ ਅਗਵਾਈ ਦੀ, ਉਹਨਾਂ ਦੀ ਰਹਿਨੁਮਾਈ ਦੀ ਲੋੜ ਹੈ। ਤੇ ਸਾਨੂੰ ਸਭ ਤੋਂ ਵੱਧ ਲੋੜ ਹੈ ਯੂਥ ਦੀ, ਕਿਉਂਕਿ NCF ਜੇ ਕਿਸੇ ਨੂੰ ਪ੍ਰਭਾਵਿਤ ਕਰਦਾ ਉਹ ਯੂਥ ਹੈ। ਹਿਟਲਰ ਨੇ ਜਿਹੜੀ ਪਾਲਿਸੀ ਬਣਾਈ ਸੀ, ਉਹਨੇ ਯੂਥ ਨੂੰ ਸਾਹਮਣੇ ਰੱਖ ਕੇ ਬਣਾਈ ਸੀ। ਮੁਸੋਲੀਨੀ ਨੇ ਵੀ ਇਹੋ ਕੁਛ ਕੀਤਾ ਸੀ। ਤੇ ਅੱਜ ਜੇ ਮੋਦੀ ਸਾਹਿਬ ਦੀ ਇਹ ਪਾਲਿਸੀ ਹੈਗੀ ਹੈ ਨਵੀਂ ਸਿੱਖਿਆ ਨੀਤੀ 2020, ਜਮਾ ਉਸ ਸਿੱਖਿਆ ਨੀਤੀ ਨੂੰ ਪੂਰਨ ਕਰਨ ਲਈ NCF 2023
ਤਾਂ ਉਹ ਯੂਥ ਨੂੰ ਸਾਹਮਣੇ ਰੱਖ ਕੇ ਉਹ ਪਾਲਿਸੀ ਨੂੰ ਤਿਆਰ ਕੀਤਾ ਕਿ ਯੂਥ ਦੇ ਮਾਈਂਡ 'ਚੋਂ ਇਹ ਕਿਵੇਂ ਵਟਾਉਣਾ ਹੈ, ਇਹ ਕਿਵੇਂ ਵਟਾਉਣਾ ਹੈ। ਤੇ ਨੱਥੂ ਰਾਮ ਗੌਡਸੇ ਨੇ ਗਾਂਧੀ ਨੂੰ ਜ਼ਰੂਰ ਮਾਰਿਆ ਸੀ, ਪਰ ਨੱਥੂ ਰਾਮ ਗੌਡਸੇ ਆਰਐਸਐਸ ਦਾ ਵਰਕਰ ਸੀ। ਇਹ ਲਾਈਨ ਨਹੀਂ ਲਿਖਣੀ ਸਿਲੇਬਸ ਦੇ ਅੰਦਰ, ਕਿਉਂਕਿ ਇਹਦੇ ਨਾਲ ਆਰਐਸਐਸ ਬਦਨਾਮ ਹੁੰਦੀ ਹੈ। ਆਰਐਸਐਸ ਨੂੰ ਦੇਸ਼ ਭਗਤਾਂ ਵਜੋਂ ਪੇਸ਼ ਕਰਨਾ ਹੈ, ਉਹਦੇ ਸਾਰੇ ਕੀਤੇ ਕਾਰ ਵਿਹਾਰ ਨੂੰ ਪੂਰੇ ਦੇਸ਼ ਭਗਤੀ ਦੇ ਪ੍ਰੋਗਰਾਮ ਵਜੋਂ ਵਿਕਸਿਤ ਕਰਨਾ ਹੈ ਵੀ ਇਹ ਹੈ ਸਾਡਾ ਪ੍ਰੋਗਰਾਮ। ਤੇ ਇਸ ਦੇਸ਼ ਦੇ ਅੰਦਰ ਜਿਹੜੀ ਇਹ ਫਿਰਕਾ ਪ੍ਰਸਤ ਹਿੰਦੂ ਤਵੀ ਵਿਚਾਰਧਾਰਾ ਹੈਗੀ ਹੈ, ਜਿਹੜੀ ਐਕਚੁਅਲ 'ਚ ਜਿਹੜਾ ਹਿੰਦੂਆਂ ਦੇ ਨਾਲ ਆਮ ਲੋਕਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ, ਇਹਨੂੰ ਲੋਕਾਂ ਦੇ ਮਨ ਮਸਤਕ ਇਸ ਹੱਦ ਤੱਕ ਕੁਸੇੜਨਾ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਸ ਦੇਸ਼ ਦਾ ਗੌਰਵ ਕੇਵਲ ਤੇ ਕੇਵਲ ਸਾਡੇ ਉਸ ਵਿਰਸੇ ਵਿੱਚ ਪਿਆ ਹੋਇਆ ਹੈ। ਬਾਕੀ ਸਾਰੀਆਂ ਦੀਆਂ ਸਾਰੀਆਂ ਲਹਿਰਾਂ ਜਿਹੜੀਆਂ ਹੈ ਉਹ ਉਸ ਗੌਰਵ ਦੇ ਸਾਹਮਣੇ ਕੁਝ ਵੀ ਨਹੀਂ ਹੈਗੀਆਂ, ਸ਼ਿਵ ਭਰ ਨਹੀਂ ਹੈਗੀਆਂ। ਇਹ ਉਹ ਦੱਸ ਰਿਹਾ ਹੈ। ਇਸ ਕਰਕੇ ਸਾਡੇ ਸਾਹਮਣੇ ਸਵਾਲ ਇਤਿਹਾਸ ਨੂੰ ਬਚਾਉਣ ਦਾ ਵੀ ਹੈ, ਸਾਡੇ ਸਾਹਮਣੇ ਇਤਿਹਾਸ ਲਹਿਰਾਂ ਨੂੰ ਸਿਰਜਣ ਦਾ ਵੀ ਹੈ। ਸਾਡੇ ਸਾਹਮਣੇ ਸਵਾਲ ਜਿਹੜਾ ਹੈ ਯੂਥ ਦੇ ਕੁੰਦ ਕੀਤੇ ਜਾ ਰਹੇ ਦਿਮਾਗ ਨੂੰ, ਜਿਹੜੇ ਦਿਮਾਗ ਨੂੰ ਇਹ ਜੰਗਾਲ ਲਾ ਕੇ ਡੱਡ ਕਰਨਾ ਚਾਹੁੰਦੇ ਆ, ਬਰਬਾਦ ਕਰਨਾ ਚਾਹੁੰਦੇ ਆ। ਯੂਥ ਸੋਚਣ ਦਾ ਕੰਮ ਤਿਆਰ ਕਰੋ, ਯੂਥ ਭੰਗੜੇ ਪਾਵੇ, ਯੂਥ ਭਵਿੱਖ ਦੀ ਚਿੰਤਾ ਨਾ ਕਰੇ, ਯੂਥ ਕਿਹੜੇ ਬਾਈਕ ਖਰੀਦਣੇ ਆ, ਕਿੱਦਾਂ ਉਹਨਾਂ ਦੇ ਉੱਤੇ ਚੜ੍ਹਨਾ ਹੈ ਉਹਦੀ ਚਿੰਤਾ ਕਰੇ। ਯੂਥ ਬਾਹਰ ਵੱਲ ਦੇਖੇ, ਬਾਹਰ ਮੁਖੀ ਹੋਵੇ ਵੀ ਕੈਨੇਡਾ, ਅਮਰੀਕਾ ਜਾਂ ਉੱਥੇ ਕਿਵੇਂ ਪਹੁੰਚਣਾ ਹੈ। ਯੂਥ ਇਸ ਦੇਸ਼ ਦੇ ਅੰਦਰ ਰਹਿ ਕੇ ਕਿਵੇਂ ਸੋਚਣਾ ਹੈ, ਕਿਵੇਂ ਲੜਨਾ ਹੈ, ਯੂਥ ਇਹ ਸਾਰਾ ਕੁਝ ਛੱਡ ਦੇਵੇ, ਉਹ ਇੱਧਰ ਲੱਗੇ ਹੋਇਆ। ਇਸ ਕਰਕੇ ਮੈਂ ਸਮਝਦਾ ਹਾਂ ਕਿ ਡੀਟੀਐਫ ਦਾ ਇਹ ਡਾਕੂਮੈਂਟ ਆਪਣੇ ਆਪ ਦੇ ਅੰਦਰ ਇੱਕ ਵਿਲੱਖਣ ਡਾਕੂਮੈਂਟ ਹੈ। ਇਹ ਸੰਪੂਰਨ ਨਹੀਂ ਹੋ ਸਕਦਾ, ਇਹ ਜ਼ਰੂਰੀ ਨਹੀਂ ਹੈ ਕਿ ਸੰਪੂਰਨ ਹੋਵੇ। ਸੰਪੂਰਨ ਹੋਣ ਦਾ ਦਾਅਵਾ ਵੀ ਡੀਟੀਐਫ ਨਹੀਂ ਕਰਦਾ। ਇਹ ਡਾਕੂਮੈਂਟ ਆਪਣੇ ਆਪ 'ਚ ਬਹੁਤ ਕੁਝ ਹੈ, ਪਰ ਜੇ ਸਮਝ ਲਈਏ ਇਹ ਡਾਕੂਮੈਂਟ ਸਾਰੀ ਲਹਿਰ ਨਹੀਂ ਹੈ, ਇਸ ਲਹਿਰ ਦਾ ਇੱਕ ਪੱਖ ਹੈ। ਤੇ ਵਿਦਿਆਰਥੀ ਜਿਹੜੇ ਅੱਜ ਇੱਥੇ ਆਏ ਹੈ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਬਈ ਅਧਿਆਪਕਾਂ 'ਚੋਂ ਇਹ ਗੱਲ ਚਰਚਾ ਵਿਦਿਆਰਥੀਆਂ 'ਚ ਚਲੀ ਗਈ, ਇਹ ਵਿਦਿਆਰਥੀਆਂ 'ਚ ਚਲੀ ਗਈ ਚਰਚਾ। ਤੇ ਹੁਣ ਵਿਦਿਆਰਥੀਆਂ ਨੇ ਦੇਖਣਾ ਹੈ ਬਈ ਇਸ ਮੂਵਮੈਂਟ ਦੀ ਅਗਵਾਈ ਕਿਵੇਂ ਕਰਨੀ ਹੈ ਤੇ ਇਸ ਮੂਵਮੈਂਟ ਦੇ ਅੰਦਰ ਲੀਡਿੰਗ ਰੋਲ ਕਿਵੇਂ ਅਦਾ ਕਰਨਾ ਹੈ। ਜਿਵੇਂ ਕਿਸਾਨ ਅੰਦੋਲਨ 'ਚ ਯੂਥ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਉਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਇਹ ਜਿਹੜਾ ਅੰਦੋਲਨ ਆਪਾਂ ਨੇ ਮਿਲ ਕੇ ਬਣਾਉਣਾ ਹੈ, ਇਹਦੇ ਅੰਦਰ ਯੂਥ ਦੀ ਭੂਮਿਕਾ ਵੱਡੀ ਭੂਮਿਕਾ ਹੋਣੀ ਹੈ। ਮੈਂ ਡੈਮੋਕ੍ਰੈਟਿਕ ਪਲਾਜ਼ਮ ਫੈਡਰੇਸ਼ਨ ਵੱਲੋਂ ਡੀਟੀਐਫ ਦੇ ਇਸ ਵਧੀਆ ਉਦਮ ਨੂੰ, ਡੀਟੀਐਫ ਦੇ ਇਸ ਸਾਰਥਕ ਉਪਰਾਲੇ ਨੂੰ ਵੈਲਕਮ ਕਰਦਾ ਹੋਇਆ ਆਪਣੀ ਜਗ੍ਹਾ ਲੈਣਾ ਆਸ ਕਰਦਾ ਕਿ ਡੀਟੀਐਫ ਬਾਕੀ ਅਧਿਆਪਕ ਜਥੇਬੰਦੀਆਂ ਵਾਂਗ ਸੰਕੀਰਨਤਾ ਦੇ ਦੌਰ ਦੇ ਵਿੱਚੋਂ ਉੱਭਰੀ ਹੈ ਤੇ ਉੱਥੇ ਨਹੀਂ ਫਸ ਕੇ ਰਹੇਗੀ। ਇਹ ਚਿੰਤਾ ਨਹੀਂ ਕਰੇਗੀ ਕਿ ਇਹਦਾ ਕ੍ਰੈਡਿਟ ਕਿਸ ਨੂੰ ਜਾਂਦਾ ਹੈ। ਡੀਟੀਐਫ ਇਹਦੇ ਅੰਦਰ ਸੈਂਟਰਲ ਰੋਲ ਅਦਾ ਕਰਕੇ ਸਾਰੀਆਂ ਅਧਿਆਪਕ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਇਕੱਠਾ ਕਰਕੇ ਪੰਜਾਬ ਦੇ ਅੰਦਰ ਇੱਕ ਵੱਡੀ ਲਹਿਰ ਦਾ ਨਿਰਮਾਣ ਕਰੇਗੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।